Good morning class. Today our topic is respiration in organism. ਅੱਜ ਅਸੀਂ ਪੜਾਂਗੇ ਆਰਗੇਨਿਜ਼ਮ ਵਿੱਚ ਰੈਸਪੀਰੇਸ਼ਨ ਕਿਵੇਂ ਹੁੰਦੀ ਆ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਫੂਡ ਪ੍ਰੋਵਾਈਡ ਅਸ એનર્ਜੀ, ਜਿਹੜਾ ਭੋਜਨ ਆ ਸਾਨੂੰ એનર્ਜੀ ਪ੍ਰੋਵਾਈਡ ਕਰਦਾ ਤੇ ਇਸ એનર્ਜੀ ਨੂੰ ਅਸੀਂ ਬਹੁਤ ਸਾਰੀਆਂ ਐਕਟੀਵਿਟੀਜ਼ ਲਈ ਯੂਜ਼ ਕਰਦੇ ਹਾਂ। ਜਿਹੜਾ ਭੋਜਨ ਅਸੀਂ ਖਾਂਦੇ ਹਾਂ ਉਹ ਸਿੰਪਲ ਫਾਰਮ ਦੇ ਵਿੱਚ ਟੁੱਟ ਜਾਂਦਾ ਹੈ ਜਿਹਨੂੰ ਡਾਈਜੈਸ਼ਨ ਦੇ ਦੌਰਾਨ the digested food is then absorbed and the blood transport it to different part of the body। ਫਿਰ ਇਹ ਭੋਜਨ ਸਾਡੀ ਬੋਡੀ ਦੇ ਵਿੱਚ ਐਬਜ਼ੌਰਬ ਹੋ ਜਾਂਦਾ ਤੇ ਸਾਡੇ ਸਰੀਰ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਖੂਨ ਦੇ ਥਰੂ ਪਹੁੰਚ ਜਾਂਦਾ ਹੈ। ਹੁਣ ਅਸੀਂ ਪੜਾਂਗੇ what is respiration and definition of respiration। respiration ਕੀ ਹੈ? The process of breaking down of the food materials inside the body with the release of energy is called respiration। respiration एक प्रक्रिया है जिस दे विच असी जो कुछ भी खादा हुंदा है फूड मटीरियल स्मॉल दे विच ब्रेक डाउन हो जाता, उस तो बाद उत्थों की एनर्जी रिलीज हुंदी है जिसनों असी रेस्पिरेशन कहते हैं। ਜਿਹੜੇ ਸਾਡੇ ਮਸਲ ਸੈਲਸ ਆ ਉਹ ਐਨਾਰੋਬਿਕਲੀ ਰੈਸਪੀਰੇਸ਼ਨ ਕਰਦੇ ਆ। ਬਹੁਤ ਥੋੜੇ ਸਮੇਂ ਦੇ ਲਈ ਸਾਡੇ ਮਸਲ ਜਿਹੜੇ ਆ ਉਹ ਐਨਾਰੋਬਿਕ ਰੈਸਪੀਰੇਸ਼ਨ ਕਰਦੇ ਆ। ਵੈਨ ਵੀ ਇੰਡਲਸ ਇਨ ਦ ਫਿਜ਼ੀਕਲ ਐਕਟੀਵਿਟੀਜ਼ ਲਾਈਕ ਹੈਵਿੰਗ ਐਕਸਰਸਾਈਜ਼, ਸਾਈਕਲਿੰਗ, ਰਨਿੰਗ, ਵੀ ਨੀਡ ਮੋਰ ਐਨਰਜੀ। ਜਦੋਂ ਅਸੀਂ ਕੋਈ ਵੀ ਫਿਜ਼ੀਕਲ ਐਕਟੀਵਿਟੀਜ਼ ਕਰਦੇ ਹਾਂ ਜਿਵੇਂ ਸਾਈਕਲਿੰਗ ਚਲਾਉਂਦੇ ਹਾਂ ਜਾਂ ਰਨਿੰਗ ਕਰਦੇ ਹਾਂ ਉਸ ਟਾਈਮ ਸਾਨੂੰ ਕੀ ਆ ਬਹੁਤ ਜ਼ਿਆਦਾ ਐਨਰਜੀ ਦੀ ਲੋੜ ਹੁੰਦੀ ਹੈ। ਐਜ਼ ਦਾ ਸਪਲਾਈ ਆਫ ਆਕਸੀਜਨ ਇਜ਼ ਲਿਮਟਡ, ਜਦੋਂ ਆਕਸੀਜਨ ਦੀ ਜਿਹੜੀ ਸਪਲਾਈ ਆ ਉਹ ਲਿਮਟਡ ਹੁੰਦੀ ਆ ਉਸ ਟਾਈਮ ਸਾਡੀ ਬੋਡੀ ਦੇ ਵਿੱਚ ਜਿਹੜੇ ਮਸਲਸ ਆ ਉਹ ਐਨਾਰੋਬਿਕਲੀ ਰੈਸਪੀਰੇਸ਼ਨ ਕਰਦੇ ਆ। ਫਿਰ ਸਾਡੀ ਬੋਡੀ ਦੇ ਵਿੱਚ ਲੈਕਟਿਕ ਐਸਿਡ ਪ੍ਰੋਡਿਊਸ ਹੋ ਜਾਂਦਾ ਤੇ ਜਦੋਂ ਸਾਡੀ ਬੋਡੀ ਦੇ ਵਿੱਚ ਲੈਕਟਿਕ ਐਸਿਡ ਇਕੱਠਾ ਹੋ ਜਾਂਦਾ ਹੈ ਤਾਂ ਇਸ ਨੂੰ ਅਸੀਂ ਮਸਲਸ ਕ੍ਰੈਂਪ ਕਹਿੰਦੇ ਆ, ਜਿਹਨੂੰ ਤੁਸੀਂ ਖਲੀਆਂ ਕਹਿੰਦੇ ਹੋ। Respiration involves the taking in of oxygen in order to combine it with the food molecules to produce energy and removal or giving out of carbon dioxide from the body। ਹੁਣ respiration ਕੀ ਆ? respiration ਇੱਕ process ਵਾ ਜਿਹਦੇ 'ਚ ਅਸੀਂ ਇਹ ਦੱਸਿਆ ਨਾ ਕਿ food ਜਿਹੜਾ ਵਾ break down ਹੋ ਜਾਂਦਾ simple food ਦੇ ਵਿੱਚ ਤੇ ਉੱਥੋਂ ਇੱਕ એનર્ਜੀ ਰਿਲੀਜ਼ ਹੁੰਦੀ ਆ। ਹੁਣ ਰੈਸਪੀਰੇਸ਼ਨ ਦੇ ਵਿੱਚ ਕੀ ਹੁੰਦੇ ਆ? ਮੇਨ ਦੋ ਪ੍ਰੋਸੈਸ ਹੁੰਦੇ ਆ, ਇੱਕ ਹੁੰਦਾ ਇਨਹੇਲ, ਇੱਕ ਹੁੰਦਾ ਐਕਸਹੇਲ। ਇਨਹੇਲ ਦੇ ਵਿੱਚ ਅਸੀਂ ਕੀ ਆ ਆਕਸੀਜਨ ਜਿਹੜਾ ਵਾ ਆਕਸੀਜਨ ਗੈਸ ਨੂੰ ਅੰਦਰ ਲੈ ਕੇ ਜਾਂਦੇ ਆ, ਦੈਨ ਉਹ ਆਕਸੀਜਨ ਸਾਡੇ ਫੂਡ ਦੇ ਨਾਲ ਮਿਕਸ ਹੋ ਕੇ ਕਾਰਬਨ ਡਾਈਆਕਸਾਈਡ ਤੇ ਵਾਟਰ ਪਲੱਸ એનર્ਜੀ ਨੂੰ ਰਿਲੀਜ਼ ਕਰਦਾ ਹੈ। ਇਹ ਕਾਰਬਨ ਡਾਈਆਕਸਾਈਡ ਜਿਹੜਾ ਵਾ ਸਾਡੇ ਅਸੀਂ ਇਹਨੂੰ ਆਊਟਸਾਈਡ ਦਾ ਇਨਵਾਇਰਮੈਂਟ ਰਿਲੀਜ਼ ਕਰਦੇ ਹਾਂ। ਦਿਸ ਪ੍ਰੋਸੈਸ ਰਿਕੁਆਇਰ ਆਕਸੀਜਨ ਇਨ ਦ ਐਟਮੋਸਫੇਅਰ। ਜਿਹੜਾ ਕਾਰਬਨ ਡਾਈਆਕਸਾਈਡ ਆ ਉਹ ਇੱਕ ਵੇਸਟ ਪ੍ਰੋਡਕਟ ਆ। ਇਸ ਪ੍ਰੋਸੈਸ ਦੇ ਦੌਰਾਨ ਉੱਪਰ ਇਕੁਏਸ਼ਨ ਲਿਖੀ ਹੋਈ ਆ, ਗਲੂਕੋਜ਼ ਪਲੱਸ ਆਕਸੀਜਨ ਇਹਨਾਂ ਦੋਵਾਂ ਨੇ ਮਿਲ ਕੇ ਕੀ ਬਣਾ ਦਿੱਤਾ? ਕਾਰਬਨ ਡਾਈਆਕਸਾਈਡ ਪਲੱਸ ਵਾਟਰ ਪਲੱਸ એનર્ਜੀ। ATP is the form of adenosine triphosphate and supposed to be energy currency of the cell। The energy released in respiration is chemically energy stored as ATP in tiny structure called mitochondria present in the plant and animal cell। ATP ਕੀ ਆ? ਐਡੀਨੋਸਿਨ ਟ੍ਰਾਈਫੋਸਫੇਟ ਹੁੰਦਾ ਜੋ ਕਿ ਸਾਡੀ ਬੋਡੀ ਦੇ ਵਿੱਚ ਮਾਈਟੋਕੌਂਡਰੀਆ ਵਿੱਚ એનર્ਜੀ ਦੀ ਫਾਰਮ ਦੇ ਵਿੱਚ ਸਟੋਰ ਹੁੰਦਾ ਹੈ। ATP ਦਾ ਫੁੱਲ ਨੇਮ ਕੀ ਹੈ? ਐਡੀਨੋਸਿਨ ਟ੍ਰਾਈਫੋਸਫੇਟ। ਹੁਣ ਅਸੀਂ ਪੜਾਂਗੇ ਕਿ ਰੈਸਪੀਰੇਸ਼ਨ ਦੀਆਂ ਜਿਹੜੀਆਂ ਦੋ ਟਾਈਪਸ ਹੁੰਦੀਆਂ ਵਾ ਮੇਨ ਟਾਈਪਸ ਆਫ ਰੈਸਪੀਰੇਸ਼ਨ, ਦੈਟ ਇਜ਼ ਐਰੋਬਿਕ ਰੈਸਪੀਰੇਸ਼ਨ ਐਂਡ ਐਨਾਰੋਬਿਕ ਰੈਸਪੀਰੇਸ਼ਨ। ਐਰੋਬਿਕ ਰੈਸਪੀਰੇਸ਼ਨ ਉਹ ਵਾਲੀ ਰੈਸਪੀਰੇਸ਼ਨ ਹੁੰਦੀ ਆ ਜਿਸ ਦੇ ਵਿੱਚ ਕੀ ਆ ਆਕਸੀਜਨ ਦੀ ਰਿਕੁਆਇਰਮੈਂਟ ਹੁੰਦੀ ਹੈ ਤੇ ਐਨਾਰੋਬਿਕ ਰੈਸਪੀਰੇਸ਼ਨ ਉਹ ਵਾਲੀ ਰੈਸਪੀਰੇਸ਼ਨ ਆ ਜਿਹਦੇ 'ਚ ਸਾਨੂੰ ਆਕਸੀਜਨ ਬਿਲਕੁਲ ਵੀ ਨਹੀਂ ਚਾਹੀਦੀ। ਹੁਣ ਅਸੀਂ ਡੈਫੀਨੇਸ਼ਨ ਕਰਾਂਗੇ ਐਰੋਬਿਕ ਰੈਸਪੀਰੇਸ਼ਨ ਦੀ। This type of respiration occurs in the presence of oxygen where food is broken down into carbon dioxide and water and energy is released which is stored as ATP molecules।
ਐਰੋਬਿਕ ਰੈਸਪੀਰੇਸ਼ਨ ਕੀ ਆ, ਇਹ ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ ਹੁੰਦੀ ਆ। ਜਦੋਂ ਸਾਡਾ ਜਿਹੜਾ ਫੂਡ ਆ ਉਹ ਸਿੰਪਲ ਫਾਰਮ ਦੇ ਵਿੱਚ ਟੁੱਟ ਜਾਂਦਾ ਕਾਰਬਨ ਡਾਈਆਕਸਾਈਡ ਦੇ ਵਿੱਚ, ਵਾਟਰ ਦੇ ਵਿੱਚ, ਤੇ એનર્ਜੀ ਨੂੰ ਰਿਲੀਜ਼ ਕਰਦਾ ਹੈ। ਤੇ ਇਹ એનર્ਜੀ ਜੋ ਆ ATP ਦੀ ਫਾਰਮ ਦੇ ਵਿੱਚ ਰਿਲੀਜ਼ ਹੁੰਦਾ ਹੈ। ਨੈਕਸਟ ਇਜ਼ ਐਨਾਰੋਬਿਕ ਰੈਸਪੀਰੇਸ਼ਨ। Anaerobic respiration, this type of respiration take place in the absence of oxygen। इस तरह की जी respiration आ ऑक्सीजन के absence ਵਿੱਚ ਹੁੰਦੀ ਆ। It is a normal features in certain microscopic organism like bacteria and yeast। ਇਹ ਕੀ ਆ, ਬੈਕਟੀਰੀਆ ਤੇ ਯੀਸਟ ਵਿੱਚ ਪਾਈ ਜਾਂਦੀ ਹੈ ਇਸ ਤਰ੍ਹਾਂ ਦੀ ਰੈਸਪੀਰੇਸ਼ਨ। ਇਸ ਰੈਸਪੀਰੇਸ਼ਨ ਦੇ ਵਿੱਚ ਕੀ ਹੁੰਦਾ ਹੈ, ਜਿਹੜਾ ਆਕਸੀਜਨ ਆ ਉਹ ਪਾਰਸ਼ਲੀ ਬ੍ਰੇਕਡਾਊਨ ਹੁੰਦਾ ਕਾਰਬਨ ਡਾਈਆਕਸਾਈਡ ਦੇ ਵਿੱਚ ਤੇ ਇਥਾਈਲ ਅਲਕੋਹਲ ਦੇ ਵਿੱਚ। The energy release during anaerobic respiration is much less than in aerobic respiration। ਤੇ ਐਨਾਰੋਬਿਕ ਰੈਸਪੀਰੇਸ਼ਨ ਦੇ ਵਿੱਚ ਬਹੁਤ ਘੱਟ ਅਮਾਉਂਟ ਦੇ ਵਿੱਚ ਜਿਹੜੀ એનર્ਜੀ ਆ ਉਹ ਰਿਲੀਜ਼ ਹੁੰਦੀ ਆ। ਹੁਣ ਅਸੀਂ ਪੜਾਂਗੇ ਫਰਮੈਂਟੇਸ਼ਨ। ਫਰਮੈਂਟੇਸ਼ਨ ਕੀ ਹੁੰਦਾ ਵਾ, ਇਹ ਇੱਕ ਪ੍ਰੋਸੈਸ ਆ ਜਿਸ ਦੇ ਵਿੱਚ ਅਸੀਂ ਫੂਡ ਮਟੀਰੀਅਲ ਨੂੰ ਜਿਹੜਾ ਯੂਜ਼ ਕਰਕੇ ਯੀਸਟ ਤੇ ਬੈਕਟੀਰੀਆ ਨੂੰ ਆਰਗੇਨਿਜ਼ਮਸ ਨੂੰ ਯੂਜ਼ ਕਰਕੇ ਅਸੀਂ ਅਲਕੋਹਲ ਤੇ ਕਾਰਬਨ ਡਾਈਆਕਸਾਈਡ ਨੂੰ ਰਿਲੀਜ਼ ਕਰਾਉਂਦੇ ਹਾਂ ਫਰੋਮ ਫੂਡ। ਦ ਪ੍ਰੋਸੈਸ ਵੇਅਰ ਬਾਈ ਮਾਈਕਰੋ ਆਰਗੇਨਿਜ਼ਮਸ ਲਾਈਕ ਯੀਸਟ and bacteria respire anaerobically to produce alcohol and carbon dioxide from food is called fermentation। Now examples of aerobic respirations। ਹੁਣ ਅਸੀਂ ਕਰਾਂਗੇ examples of aerobic respiration means ਕਿੰਨਾ organisms ਦੇ ਵਿੱਚ aerobic respiration ਹੁੰਦੀ ਆ, ਜਿਵੇਂ human beings ਤੇ birds। anaerobic respirations ਦੇ examples ਯੀਸਟ ਐਂਡ ਬੈਕਟੀਰੀਆ ਮੀਨਸ ਜਿਹੜੇ ਬੈਕਟੀਰੀਆ ਹੁੰਦੇ ਆ ਇਹ ਬਿਨਾਂ ਆਕਸੀਜਨ ਦੇ ਹੀ ਗਰੋ ਕਰ ਜਾਂਦੇ ਆ, ਇਹਨਾਂ ਨੂੰ ਗਰੋ ਕਰਨ ਦੇ ਲਈ ਆਕਸੀਜਨ ਦੀ ਲੋੜ ਨਹੀਂ ਹੁੰਦੀ। ਹੁਣ ਅਸੀਂ ਪੜਾਂਗੇ ਡਿਫਰੈਂਸ ਬਿਟਵੀਨ ਐਰੋਬਿਕ ਐਂਡ ਐਨਾਰੋਬਿਕ ਰੈਸਪੀਰੇਸ਼ਨ ਕਿ ਐਰੋਬਿਕ ਤੇ ਐਰੋਬਿਕ ਰੈਸਪੀਰੇਸ਼ਨ ਐਨਾਰੋਬਿਕ ਤੋਂ ਕਿਵੇਂ ਅਲੱਗ ਹਨ। ਐਰੋਬਿਕ ਰੈਸਪੀਰੇਸ਼ਨ occurs in the presence of oxygen। aerobic respiration ਜਿਹੜੀ ਆ ਆਕਸੀਜਨ ਦੀ ਪ੍ਰੈਜ਼ੈਂਸ ਵਿੱਚ ਹੁੰਦੀ ਹੈ ਤੇ anaerobic respiration ਨੂੰ ਆਕਸੀਜਨ ਦੀ ਲੋੜ ਨਹੀਂ ਹੁੰਦੀ। ਮੀਨਸ ਅਸੀਂ ਕਹਿ ਸਕਦੇ ਹਾਂ it is occur in the absence of oxygen। second point is large amount of energy is produced means 38 ATP ਦੇ ਮੋਲੀਕੂਲ ਜਿਹੜੀ ਆ ਰਿਲੀਜ਼ ਹੁੰਦੀ ਆ, એનર્ਜੀ ਰਿਲੀਜ਼ ਹੁੰਦੀ ਆ aerobic respiration ਦੇ ਵਿੱਚ। ਤੇ ਐਨਾਰੋਬਿਕ ਰੈਸਪੀਰੇਸ਼ਨ ਦੇ ਵਿੱਚ ਬਹੁਤ ਹੀ ਘੱਟ ਅਮਾਊਂਟ ਵਿੱਚ એનર્ਜੀ ਰਿਲੀਜ਼ ਹੁੰਦੀ ਹੈ ਮੀਨਸ 2 ATP ਦੇ ਮੋਲੀਕੂਲਸ ਰਿਲੀਜ਼ ਹੁੰਦੇ ਆ। ਔਰ ਐਰੋਬਿਕ ਰੈਸਪੀਰੇਸ਼ਨ ਕਿੱਥੇ ਹੁੰਦੀ ਆ, ਹਿਊਮਨ ਬੀਇੰਗਸ ਦੇ ਵਿੱਚ, ਫਿਸ਼ਿਸ ਵਿੱਚ, ਬਰਡਸ ਵਿੱਚ, ਐਨੀਮਲਸ ਦੇ ਵਿੱਚ। ਤੇ ਐਨਾਰੋਬਿਕ ਰੈਸਪੀਰੇਸ਼ਨ ਯੀਸਟ ਵਿੱਚ, ਬੈਕਟੀਰੀਆ ਵਿੱਚ। ਹੁਣ ਅਸੀਂ ਜੋ ਵੀ ਪੜ੍ਹਿਆ ਮੈਂ ਤੁਹਾਨੂੰ ਦੁਬਾਰਾ ਇੱਕ ਵਾਰੀ ਸਮਝਾ ਦੇਣ ਲੱਗੀ ਹਾਂ। ਅਸੀਂ ਅੱਜ ਕੀ ਪੜ੍ਹਿਆ, ਅਸੀਂ ਅੱਜ ਪੜ੍ਹਿਆ ਕਿ ਆਰਗੇਨਿਜ਼ਮ ਵਿੱਚ ਰੈਸਪੀਰੇਸ਼ਨ ਕਿਵੇਂ ਹੁੰਦੀ ਆ। ਪਹਿਲੀ ਗੱਲ ਤਾਂ ਇਹ ਕਿ ਜਦੋਂ ਅਸੀਂ ਕੋਈ ਵੀ ਚੀਜ਼ ਖਾਂਦੇ ਹਾਂ, ਫੂਡ ਖਾਂਦੇ ਹਾਂ, ਇਹਦੇ ਤੋਂ ਸਾਨੂੰ એનર્ਜੀ ਮਿਲਦੀ ਆ ਅਤੇ ਉਸ એનર્ਜੀ ਨੂੰ ਅਸੀਂ ਅਲੱਗ-ਅਲੱਗ ਪ੍ਰੋਸੈਸ ਵਿੱਚ ਯੂਜ਼ ਕਰਦੇ ਹਾਂ। ਹੁਣ ਰੈਸਪੀਰੇਸ਼ਨ ਕੀ ਹੁੰਦਾ ਹੈ, ਜਦੋਂ ਕੀ ਆ ਸਾਡੇ ਬੋਡੀ ਦੇ ਅੰਦਰ ਜਿਹੜਾ ਮਟੀਰੀਅਲ ਆ ਉਹ ਬ੍ਰੇਕਡਾਊਨ ਹੁੰਦਾ ਵਾ ਔਰ ਉਸ ਤੋਂ ਬਾਅਦ એનર્ਜੀ ਰਿਲੀਜ਼ ਹੁੰਦੀ ਸਾਡੀ ਬੋਡੀ ਦੇ ਵਿੱਚੋਂ, ਉਸ ਨੂੰ ਅਸੀਂ ਰੈਸਪੀਰੇਸ਼ਨ ਕਹਿ ਦਿੰਦੇ ਹਾਂ। ਰੈਸਪੀਰੇਸ਼ਨ ਦੇ ਵਿੱਚ ਜਿਵੇਂ ਗਲੂਕੋਜ਼ ਫੂਡ ਜਿਹੜਾ ਮਟੀਰੀਅਲ ਆ ਉਹ ਆਕਸੀਜਨ ਦੇ ਨਾਲ ਕੰਬਾਈਨ ਕਰ ਜਾਂਦਾ ਅਤੇ ਉਹਨੇ ਕਾਰਬਨ ਡਾਈਆਕਸਾਈਡ ਪਲੱਸ ਵਾਟਰ ਪਲੱਸ એનર્ਜੀ ਨੂੰ ਰਿਲੀਜ਼ ਕਰਨਾ ਹੈ। ਨੈਕਸਟ ਇਜ਼ ਟਾਈਪਸ ਆਫ ਰੈਸਪੀਰੇਸ਼ਨ ਦੇ ਕਿੰਨੇ ਟਾਈਪਸ ਹੁੰਦੇ ਵਾ, ਇਹਦੇ ਮੇਨ ਦੋ ਹੀ ਟਾਈਪਸ ਆ, ਐਰੋਬਿਕ ਰੈਸਪੀਰੇਸ਼ਨ ਅਤੇ ਐਨਾਰੋਬਿਕ ਰੈਸਪੀਰੇਸ਼ਨ। ਐਰੋਬਿਕ ਰੈਸਪੀਰੇਸ਼ਨ ਉਹ ਵਾਲੀ ਰੈਸਪੀਰੇਸ਼ਨ ਆ ਜਿਹਦੇ ਵਿੱਚ ਕੀ ਆ ਸਾਨੂੰ ਆਕਸੀਜਨ ਦੀ ਰਿਕੁਆਇਰਮੈਂਟ ਹੁੰਦੀ ਆ ਅਤੇ ਇਹ ਰੈਸਪੀਰੇਸ਼ਨ ਸਾਨੂੰ ਬਰਡਸ ਵਿੱਚ, ਹਿਊਮਨ ਬੀਇੰਗਸ ਵਿੱਚ ਮਿਲਦੀ ਆ। ਇਸ ਰੈਸਪੀਰੇਸ਼ਨ ਦੇ ਦੌਰਾਨ ਬਹੁਤ ਜ਼ਿਆਦਾ ਅਮਾਊਂਟ ਵਿੱਚ એનર્ਜੀ ਰਿਲੀਜ਼ ਹੁੰਦੀ ਆ। ਅਤੇ ਐਨਾਰੋਬਿਕ ਰੈਸਪੀਰੇਸ਼ਨ ਉਹ ਵਾਲੀ ਰੈਸਪੀਰੇਸ਼ਨ ਹੁੰਦੀ ਆ ਜਿਹਦੇ ਵਿੱਚ ਕੀ ਆ ਆਕਸੀਜਨ ਦੀ ਬਿਲਕੁਲ ਵੀ ਲੋੜ ਨਹੀਂ ਹੁੰਦੀ। ਇਸ ਰੈਸਪੀਰੇਸ਼ਨ ਦੇ ਦੌਰਾਨ એનર્ਜੀ ਬਹੁਤ ਹੀ ਘੱਟ ਰਿਲੀਜ਼ ਹੁੰਦੀ ਆ ਅਤੇ ਇਹ ਜਿਹੜੇ ਆ ਯੀਸਟ ਅਤੇ ਬੈਕਟੀਰੀਆ ਵਿੱਚ ਮਿਲਦੇ ਆ। ਅਸੀਂ ਐਨਾਰੋਬਿਕ ਰੈਸਪੀਰੇਸ਼ਨ ਤੋਂ ਹੀ ਜਿਹੜਾ ਫਰਮੈਂਟੇਸ਼ਨ ਪ੍ਰੋਸੈਸ ਆ ਇਹਦੇ ਤੋਂ ਅਸੀਂ ਅਲਕੋਹਲ ਵਗੈਰਾ ਨੂੰ ਬਣਾਉਂਦੇ ਹਾਂ। ਥੈਂਕਸ ਕਲਾਸ।